ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਬੱਚੇ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਮਤਲਬ ਸਾਡੀ ਇੱਕ ਉਮੀਦ ਬਣਦੀ ਜਾ ਰਹੀ ਹੈ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਜਿਹੜਾ ਸਾਡਾ ਪਿਛਲੇ ਸਾਲ ਦਸੰਬਰ ਚ ਨਿਕਲਿਆ ਸੀਗਾ, ਮਈ ਦੇ ਵਿੱਚ ਹੋਣਾ ਤੈਅ ਹੋਇਆ ਸੀਗਾ, ਕਰੋਨਾ ਦੇ ਮਤਲਬ ਦੁਬਾਰਾ ਆਉਣ ਕਰਕੇ ਨਵੀਂ ਦੂਜੀ ਵੇਵ ਕਰਕੇ ਫਿਰ ਪੋਸਟਪੋਨ ਹੋਇਆ। ਮੈਂ ਹਾਲੇ ਤੱਕ ਪੋਸਟਪੋਨ ਹੋਇਆ, ਪੀਪੀਐਸਸੀ ਦਾ ਚੇਅਰਪਰਸਨ ਨਹੀਂ ਸੀ ਲੱਗਿਆ ਹੋਇਆ, ਉਹਦੇ ਕਰਕੇ ਫਿਰ ਕੁਝ ਹੋਰ ਪੋਸਟਪੋਨ ਹੋਇਆ। ਹੁਣ ਪੀਪੀਐਸਸੀ ਦੇ ਵਿੱਚ ਚੇਅਰਪਰਸਨ ਵੀ ਲੱਗ ਚੁੱਕਿਆ ਹੈ। ਪੰਜਾਬ ਦੇ ਇਲੈਕਸ਼ਨਾਂ ਦਾ ਸਮਾਂ ਵੀ ਤੈਅ ਹੈ ਕਿ ਉਹ ਫਰਵਰੀ ਜਾਂ ਮਾਰਚ ਚ ਜਾ ਕੇ ਹੋਣਗੀਆਂ, ਤਾਂ ਵਿੱਚ ਜਿਹੜਾ ਸਮਾਂ ਆਪਣਾ ਘਟਦਾ ਜਾ ਰਿਹਾ ਉਹਦੇ ਵਿੱਚ ਸਾਡਾ ਪੇਪਰ ਅਨਾਉਂਸ ਹੋਣ ਦੀ ਮਤਲਬ ਉਮੀਦ ਵੱਧਦੀ ਜਾਂਦੀ ਹੈ ਕਿ ਕਦੇ ਵੀ ਪੇਪਰ ਦੀ ਡੇਟ ਅਨਾਉਂਸ ਕੀਤੀ ਜਾ ਸਕਦੀ ਹੈ। ਉਹ ਹੋ ਸਕਦਾ ਸਾਡਾ ਪੇਪਰ ਦਸੰਬਰ ਚ ਹੋ ਜੇ ਜਾਂ ਕੁਝ ਜਨਵਰੀ ਦੇ ਕਿਸੇ ਹਫਤੇ ਦੂਜੇ ਤੀਜੇ ਹਫਤੇ ਤੱਕ ਹੋ ਜੇ। ਤਾਂ ਜਿਵੇਂ ਇਹ ਸਾਡਾ ਪੇਪਰ ਨੇੜੇ ਆਉਂਦਾ ਸਾਨੂੰ ਦਿਸਦਾ ਹੈਗਾ ਤਾਂ ਵਿਦਿਆਰਥੀਆਂ ਦੇ ਵਿੱਚ ਇੱਕ ਤਾਂ ਉਹ ਕਿਉਰਿਓਸਿਟੀ ਪੈਦਾ ਹੋ ਰਹੀ ਹੈ ਕਿ ਅਸੀਂ ਜਿਹੜੀਆਂ ਚੀਜ਼ਾਂ ਬਹੁਤ ਲੰਬੇ ਸਮੇਂ ਤੋਂ ਤਿਆਰ ਕਰਕੇ ਬੈਠੇ ਸੀਗੇ, ਦਸੰਬਰ ਦਾ ਪੇਪਰ ਨਿਕਲਿਆ ਹੋਇਆ 11 ਮਹੀਨੇ ਦਾ ਸਮਾਂ ਹੋ ਗਿਆ, ਉਹ ਚੀਜ਼ਾਂ ਨੂੰ ਅਸੀਂ ਰਿਵਾਈਜ਼ ਕਰੀਏ। ਫਿਰ ਜਿਹੜੀ ਉਹਦੇ ਵਿੱਚ ਦੂਜੀ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹਦੇ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬੱਚੇ ਸਾਡਾ ਨਾਇਬ ਤਹਿਸੀਲਦਾਰ ਦਾ ਜਿਹੜਾ ਇਹ ਰਿਟਨ ਐਗਜ਼ਾਮ ਹੋਣਾ ਹੈ, ਇਹ ਸਾਰੀ ਦੀ ਸਾਰੀ ਜਿਹੜੀ ਭਰਤੀ 78 ਪੋਸਟਾਂ ਦੇ ਲਈ ਇਹ ਸਿਰਫ ਇੱਕ ਰਿਟਨ ਐਗਜ਼ਾਮ ਦੇ ਉੱਤੇ ਬੇਸਡ ਹੋ ਜਾਣੀ ਆ। ਉਹ ਸਾਡਾ ਪੇਪਰ ਦਾ ਪੈਟਰਨ ਆਲਮੋਸਟ ਸਾਰੇ ਵਿਦਿਆਰਥੀਆਂ ਨੂੰ ਪਤਾ ਕਿ 2 ਘੰਟੇ ਦਾ ਪੇਪਰ ਹੋਣਾ ਜਿਹਦੇ ਵਿੱਚ 120 ਸਵਾਲ ਆਉਣੇ ਆ ਤੇ ਉਹ 120 ਸਵਾਲ 40 ਤੇ 80 ਦੇ ਵਿੱਚ ਵੰਡੇ ਹੋਏ ਨੇ। 80 ਕੁਐਸਚਨ ਸਾਡੇ ਜਿਹੜੇ ਜਨਰਲ ਸਟੱਡੀਜ਼ ਦੇ ਜੀਐਸ ਦੇ ਸਾਰੇ ਸਬਜੈਕਟਸ ਨੇ, ਹਿਸਟਰੀ ਹੈ, ਜਿਓਗ੍ਰਾਫੀ, ਪੋਲਿਟੀ, ਇਕਨੋਮਿਕਸ ਆ, ਉਹਦੇ ਵਿੱਚ ਵੰਡਿਆ ਹੋਇਆ ਤੇ 40 ਨੰਬਰਾਂ ਦਾ ਜਿਹੜਾ ਸਾਡਾ ਸੀ ਸੈਟ ਦੇ ਵਿੱਚ ਕੁਆਂਟਸ ਤੇ ਰੀਜ਼ਨਿੰਗ ਦਾ ਪੋਰਸ਼ਨ ਹੈ, ਤਾਂ 40 ਸਵਾਲ ਸਾਡੇ ਉਹਦੇ ਵਿੱਚ ਆਉਣੇ ਨੇ। ਤਾਂ ਆਪਾਂ ਥੋੜੀ ਜਿਹੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਮੈਂ ਦੇਖੋ ਪੀਪੀਐਸਸੀ ਨੇ ਨਾਇਬ ਤਹਿਸੀਲਦਾਰ ਦਾ ਪੇਪਰ ਕੰਡਕਟ ਕਰਨਾ ਹੈ। ਇਸ ਤੋਂ ਬਿਨਾ ਪੀਪੀਐਸਸੀ ਨੇ ਸਿਵਲਸ ਦੇ ਜਿੰਨੇ ਐਗਜ਼ਾਮ ਲਏ ਨੇ, ਮੈਂ ਤੁਹਾਡੇ ਵਿੱਚੋਂ ਕਾਫੀ ਵਿਦਿਆਰਥੀ ਉਹੀ ਹੋਣਗੇ ਜਿਹੜੇ ਸਿਵਲਸ ਦੇ ਪੀਸੀਐਸ ਦਾ ਪੇਪਰ ਦਿੰਦੇ ਰਹੇ ਨੇ ਜਾਂ ਨਾਇਬ ਤਹਿਸੀਲਦਾਰ ਦਾ। ਇਸ ਤੋਂ ਪਹਿਲਾਂ ਖੈਰ ਪੇਪਰ ਚਲੋ ਹੋਇਆ ਨਹੀਂ ਹੈਗਾ, ਹੋਰ ਪੇਪਰ ਪੀਪੀਐਸਸੀ ਦੇ ਦੁਆਰਾ ਲਏ ਜਾਣ ਵਾਲੇ ਪੇਪਰਾਂ 'ਚ ਅਪੀਅਰ ਹੁੰਦੇ ਰਹੇ ਨੇਗੇ। ਉਹਨਾਂ ਵਿੱਚੋਂ ਮੋਟੀ ਗਿਣਤੀ 'ਚ ਵਿਦਿਆਰਥੀ ਨਾਇਬ ਤਹਿਸੀਲਦਾਰ ਦੇ ਪੇਪਰ 'ਚ ਅਪੀਅਰ ਹੋਣਗੇ। ਕੁਝ ਉਹ ਵਿਦਿਆਰਥੀ ਜਿਹੜੇ ਪੰਜਾਬ ਦੇ ਸਾਡੇ ਬਾਕੀ ਪੇਪਰ ਹੋ ਰਹੇ ਨੇ, ਉਹ ਪਟਵਾਰੀ ਹੈ, ਪੁਲਿਸ ਦੇ ਐਗਜ਼ਾਮ ਨੇ, ਕਾਂਸਟੇਬਲ, ਹੈੱਡ ਕਾਂਸਟੇਬਲ ਜਾਂ ਸਬ ਇੰਸਪੈਕਟਰ ਦਾ ਐਗਜ਼ਾਮ ਹੈ, ਕੋਆਪਰੇਟਿਵ ਬੈਂਕ ਦਾ ਐਗਜ਼ਾਮ ਹੈ, ਤਾਂ ਕੁਝ ਸਾਡੇ ਵਿਦਿਆਰਥੀ ਨੇ ਜਿਹੜੇ ਉਹਨਾਂ ਪੇਪਰਾਂ ਦੀ ਤਿਆਰੀ ਕਰਦੇ ਹੋਏ ਇੱਥੇ ਤੱਕ ਪਹੁੰਚੇ ਨੇ। ਤਾਂ ਬੱਚੇ ਜੀਐਸ ਦਾ ਜਿਹੜਾ ਸਬਜੈਕਟ ਮਤਲਬ ਜਿਹੜਾ ਸਾਰਾ ਸਿਲੇਬਸ ਹੈ ਉਹ ਸਬਜੈਕਟ ਵਾਈਜ਼ ਹਿਸਟਰੀ ਦੇ ਵਿੱਚ ਮਿਡਵਿਲ, ਮਾਡਰਨ, ਐਂਸ਼ੀਅੰਟ ਹਿਸਟਰੀ, ਜਿਓਗ੍ਰਾਫੀ, ਪੋਲਿਟੀ, ਈਵਨ ਇਕਨੋਮਿਕਸ, ਤਾਂ ਉਹ ਜਿਹੜੇ ਤੁਹਾਡੇ ਇੱਕ ਇੱਕ ਕਰਕੇ ਸਾਰੇ ਸਬਜੈਕਟਸ ਨੇ ਉਹ ਤੁਸੀਂ ਸਿਲੇਬਸ, ਥਿਓਰੈਟੀਕਲ ਸਿਲੇਬਸ ਹੈ ਉਹ ਸਾਰਾ ਸਿਲੇਬਸ ਤੁਸੀਂ ਤਿਆਰ ਕਰਨਾ ਹੀ ਕਰਨਾ, ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ। ਪਰ ਤੁਹਾਡੇ ਵਿੱਚੋਂ ਜਿਹੜੇ ਵਿਦਿਆਰਥੀਆਂ ਨੂੰ ਪੀਪੀਐਸਸੀ ਦਾ ਤਜਰਬਾ ਹੈਗਾ, ਪੀਸੀਐਸ ਦੇ ਪੇਪਰ ਦਾ ਤਜਰਬਾ ਹੈਗਾ, ਉਹਨਾਂ ਨੂੰ ਇੰਨੀ ਕੁ ਗੱਲ ਕਲੀਅਰ ਹੈ ਕਿ ਯਾਰ ਅਸੀਂ ਜੀਐਸ ਤੇ ਜ਼ੋਰ ਬਹੁਤ ਦਿੱਤਾ ਹੁੰਦਾ ਹੈਗਾ। ਪੇਪਰ 1 ਦੇ ਵਿੱਚ ਮਤਲਬ ਜਿਹੜਾ ਸਾਡਾ ਪ੍ਰੀਲਿਮਸ ਹੁੰਦਾ ਉਹਦੇ ਵਿੱਚ ਵੀ ਸਾਡਾ ਇੱਕ ਪੇਪਰ ਜੀਐਸ ਦਾ ਹੁੰਦਾ, ਪੇਪਰ 2 ਮਤਲਬ ਮੇਨਸ ਤਾਂ ਸਾਡਾ ਸਾਰੇ ਦਾ ਸਾਰਾ ਹੀ ਜੀਐਸ ਦੇ ਮਤਲਬ ਥਿਓਰੀ ਮਤਲਬ ਸਬਜੈਕਟਿਵ ਪੇਪਰ ਹੁੰਦਾ ਹੈਗਾ। ਪ੍ਰੀਲਿਮਸ ਦੇ ਵਿੱਚ ਜੀਐਸ ਬਹੁਤ ਚੰਗੀ ਹੋਣ ਦੇ ਬਾਵਜੂਦ ਕੁਝ ਬੱਚੇ ਰਹਿ ਜਾਂਦੇ ਨੇ ਸਿਰਫ ਤੇ ਸਿਰਫ ਇਸ ਕਰਕੇ ਕਿ ਉਹਨਾਂ ਦਾ ਜਿਹੜਾ ਸੀ ਸੈਟ ਦਾ ਬਾਕੀ ਪੋਰਸ਼ਨ ਹੈ, ਕੁਆਂਟਸ ਹੈ, ਰੀਜ਼ਨਿੰਗ ਹੈ, ਇੰਗਲਿਸ਼ ਚਲੋ ਮੋਟੇ ਰੂਪ 'ਚ ਸਾਰਿਆਂ ਦੀ ਮੋਟੀ ਕਿਤਾ ਤਿਆਰ ਹੁੰਦੀ ਹੈ ਕਿ ਅਸੀਂ ਪੇਪਰ 'ਚ ਅਟੈਂਪਟ ਕਰਨ ਜੋਗੇ ਹੁੰਦੇ ਆ। ਕੁਆਂਟਸ ਤੇ ਰੀਜ਼ਨਿੰਗ ਬਹੁਤ ਜ਼ਿਆਦਾ ਵੀਕ ਹੋਣ ਕਰਕੇ ਉਹ ਆਪਣਾ ਮਤਲਬ ਪ੍ਰੀਲਿਮਸ ਗਵਾ ਲੈਂਦੇ ਨੇਗੇ, ਪ੍ਰੀਲਿਮਸ ਦੇ ਵਿੱਚ ਰਹਿ ਜਾਂਦੇ ਨੇਗੇ। ਮਤਲਬ ਜਿੰਨੇ ਕਿ ਤੁਹਾਨੂੰ ਮਾਰਕਸ ਚਾਹੀਦੇ ਹੁੰਦੇ ਕਿ ਤੁਹਾਡੀ ਕੱਟ ਆਫ ਕਲੀਅਰ ਹੋਵੇ ਜਾਂ ਜਿੱਥੇ ਉਹ ਸਿਰਫ ਕੁਆਲੀਫਾਈਂਗ ਨੇਚਰ ਦਾ ਹੁੰਦਾ ਹੈਗਾ, 33% ਲੈਣੇ ਹੁੰਦੇ ਆ, ਇਧਰੋਂ ਯੂਪੀਐਸਸੀ ਆ ਇਧਰੋਂ ਪੀਪੀਐਸਸੀ ਆ, ਤਾਂ ਉੱਥੇ ਉਹ ਵਿਦਿਆਰਥੀ ਨਹੀਂ ਲੈ ਪਾਉਂਦੇ। ਤਾਂ ਉਹੀ ਸਾਹਮਣਾ ਤੁਹਾਨੂੰ ਜਿਹੜਾ ਪੀਪੀਐਸਸੀ ਨੇ ਹੁਣ ਸਾਡਾ ਨਾਇਬ ਤਹਿਸੀਲਦਾਰ ਦਾ ਪੇਪਰ ਲੈਣਾ ਉਹਦੇ ਵਿੱਚ ਕਰਨਾ ਪੈ ਸਕਦਾ ਹੈ। ਤਾਂ ਉਹਦੇ ਲਈ ਮੈਂ ਕੁਝ ਬੱਚੇ ਜਦੋਂ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਸੀ ਉਹਨਾਂ ਨਾਲ ਇੰਡੀਵਿਜੂਅਲੀ ਵੀ ਗੱਲ ਹੋਈ ਹੈ, ਤਾਂ ਆਪਾਂ ਸੋਚਿਆ ਕਿ ਇਹ ਵੀਡੀਓ ਦੇ ਵਿੱਚ ਵੀ ਗੱਲ ਕਰੀਏ ਕਿ ਬੱਚੇ 2 ਘੰਟੇ ਦਾ ਪੇਪਰ ਆ, 120 ਸਵਾਲ ਤੁਸੀਂ ਕਰਨੇ ਨੇ, 120 ਚੋਂ 80 ਸਵਾਲ ਤੁਹਾਡੇ ਇਹੋ ਜਿਹੇ ਨੇ ਕਿ ਜੇ ਤੁਹਾਡਾ ਜੀਐਸ ਦਾ ਸਾਰਾ ਸਿਲੇਬਸ ਤਿਆਰ ਹੈ ਤਾਂ ਤੁਸੀਂ ਕੁਐਸਚਨ ਰੀਡ ਕਰਨਾ ਹੈ। ਰੀਡ ਕਰਦਿਆਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਹਾਂ ਭਾਈ ਫਲਾਣਾ ਕੁਐਸਚਨ ਸਾਨੂੰ ਆਉਂਦਾ ਤੇ ਇਹਦਾ ਆਨਸਰ ਆਹ ਆਪਸ਼ਨ ਹੈਗਾ। ਤਾਂ ਜੀਐਸ ਦੇ ਸਵਾਲਾਂ ਦੇ ਵਿੱਚ ਮਤਲਬ ਤੁਹਾਨੂੰ ਕੋਈ ਬਹੁਤਾ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ। ਜੇ ਉਹ ਆਉਂਦਾ ਤਾਂ ਉਹ 3 ਜਾਂ 4 ਸਕਿੰਟ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਤੁਸੀਂ ਉਹਨੂੰ ਮਾਰਕ ਕਰ ਦੇਣਾ ਹੈਗਾ, ਉੱਥੇ ਇਹ ਤੋਂ ਵੱਧ ਸਮਾਂ ਨਹੀਂ ਲੈਣਾ। ਪਰ ਜਿਹੜਾ ਸਾਡਾ ਰੀਜ਼ਨਿੰਗ ਤੇ ਕੁਆਂਟਸ ਦਾ ਪੋਰਸ਼ਨ ਹੈ, ਰੀਜ਼ਨਿੰਗ ਤੇ ਕੁਆਂਟਸ ਦੇ ਪੋਰਸ਼ਨ ਦੇ ਵਿੱਚ ਬੱਚੇ ਹੁੰਦਾ ਹੈ ਕਿ ਜੇ ਕੋਈ ਕੁਐਸਚਨ ਪੜ੍ਹਦੇ ਆ, ਆਈਦਰ ਉਹ ਰੀਜ਼ਨਿੰਗ ਦਾ ਸਵਾਲ ਹੈ, ਆਈਦਰ ਉਹ ਕੁਆਂਟਸ ਦਾ ਸਵਾਲ ਹੈ, ਜੇ ਕੁਐਸਚਨ ਪੜ੍ਹਦਿਆਂ ਵੀ ਤੁਹਾਨੂੰ ਆਈਡੀਆ ਹੋ ਗਿਆ ਕਿ ਹਾਂ ਭਾਈ ਫਲਾਣਾ ਸਵਾਲ ਹੈ ਸਾਨੂੰ ਆਉਂਦਾ ਹੈਗਾ, ਤਾਂ ਵੀ ਉਹ ਕਰਾ ਕੇ ਅੱਧਾ ਮਿੰਟ ਲੈ ਹੀ ਜਾਂਦਾ ਹੈਗਾ। ਮਤਲਬ ਬਹੁਤ ਹੀ ਸੌਖਾ ਸਵਾਲ ਹੈ ਤਾਂ ਉਹ 15-20 ਸਕਿੰਟਾਂ 'ਚ ਹੋ ਜਾਊਗਾ। ਨੋਰਮਲ ਜਿਹਾ ਸਵਾਲ ਹੈ ਅੱਧਾ ਕੁ ਮਿੰਟ ਚੱਕ ਜਾਂਦਾ ਸਾਡਾ, ਕੋਈ ਥੋੜਾ ਜਿਹਾ ਟੇਢਾ ਸਵਾਲ ਆ ਗਿਆ, ਥੋੜਾ ਜਿਹਾ ਲੈਂਥੀ ਸਵਾਲ ਆ ਗਿਆ, 1 ਮਿੰਟ ਤੋਂ ਵੀ ਜ਼ਿਆਦਾ ਸਮਾਂ ਲੈ ਲੈਂਦਾ। ਤਾਂ ਮਤਲਬ ਮੈਥ ਤੇ ਰੀਜ਼ਨਿੰਗ, ਕੁਆਂਟਸ ਤੇ ਰੀਜ਼ਨਿੰਗ ਦੇ ਵਿੱਚ ਸਾਡੇ ਜਿਹੜੇ ਕੁਐਸਚਨ ਨੇ ਬੱਚੇ ਅਸੀਂ ਉਹ ਸੋਲਵ ਕਰਨੇ ਨੇ। ਤਾਂ ਇਸ ਕਰਕੇ ਕੁਆਂਟਸ ਰੀਜ਼ਨਿੰਗ ਪਹਿਲੀ ਗੱਲ
ਕਿ ਅਸੀਂ ਇਕੱਲੇ ਜੀਐਸ ਤੇ ਜ਼ੋਰ ਦਿੰਦੇ ਨਾ ਰਹੇ ਜੀ। ਗੇਮ 80 ਨੰਬਰਾਂ ਦੀ ਨਹੀਂ ਹੈਗੀ, ਗੇਮ 80 + 40 ਦੀ ਹੈ। ਜੇ ਤਾਂ ਹੁੰਦਾ ਕਿ 110 ਨੰਬਰ ਦੀ ਜੀਐਸ ਹੈ, 10 ਨੰਬਰ ਦਾ ਹੀ ਸਾਡਾ ਰੀਜ਼ਨਿੰਗ ਕੁਆਂਟ ਹੈ, ਫਿਰ ਤਾਂ ਉਹ 10 ਨੰਬਰ ਨੂੰ ਅਸੀਂ ਕੁਝ ਹੱਦ ਤੱਕ ਇਗਨੋਰ ਕਰ ਸਕਦੇ ਸੀ, ਪਰ 80-40 ਦੀ ਗੇਮ ਹੋਣ ਕਰਕੇ ਅਸੀਂ 40 ਨੰਬਰਾਂ ਨੂੰ ਇਗਨੋਰ ਨਹੀਂ ਕਰ ਸਕਦੇ। 80 ਜੀਐਸ ਥਿਓਰੇਟੀਕਲ ਸਿਲੇਬਸ ਮੋਟੇ ਰੂਪ 'ਚ ਜਿਹੜੇ ਬੱਚਿਆਂ ਨੇ ਪੀਪੀਐਸਸੀ ਮਤਲਬ ਪੀਸੀਐਸ ਦੇ ਪੇਪਰ ਦਿੱਤੇ ਨੇ ਉਹਨਾਂ ਲਗਭਗ ਸਾਰੇ ਦਾ ਤਿਆਰ ਹੋਊਗਾ। ਗੇਮ ਸਾਰੀ ਦੀ ਸਾਰੀ 40 ਨੰਬਰਾਂ ਨੇ ਘਮਾਉਣੀ ਹੈ, ਤਾਂ 40 ਨੰਬਰਾਂ ਨੂੰ ਥੋੜਾ ਜਿਹਾ ਧਿਆਨ 'ਚ ਰੱਖਣਾ ਹੈ ਬੱਚੇ। ਇੱਕ ਤਾਂ ਨੰਬਰ 1 ਤੁਸੀਂ ਸਾਰਿਆਂ ਨੇ ਸਿਲੇਬਸ ਧਿਆਨ ਨਾਲ ਦੇਖਣਾ ਹੈਗਾ। ਸਿਲੇਬਸ ਟੈਲੀ ਕਰੋ, ਆਪਣਾ ਰੀਜ਼ਨਿੰਗ ਦਾ ਸਿਲੇਬਸ ਦੇਖੋ, ਆਪਣਾ ਕੁਆਂਟਸ ਦਾ ਇੱਕ ਇੱਕ ਕਰਕੇ ਚੈਪਟਰਸ ਤਿਆਰ ਕਰੋ ਆਪਣੇ। ਰੀਜ਼ਨਿੰਗ ਦੇ ਵਿੱਚ ਤੁਹਾਡੇ ਜਿੰਨੇ ਵੀ ਚੈਪਟਰਸ ਨੇ, ਇਧਰੋਂ ਕੋਡਿੰਗ ਡਿਕੋਡਿੰਗ ਆ, ਇਧਰੋਂ ਡਾਇਰੈਕਸ਼ਨਸ ਆ, ਇਧਰੋਂ ਰੈਂਕਿੰਗ ਆ, ਇਧਰੋਂ ਸਲੌਗਸ ਆ, ਰੀਜ਼ਨਿੰਗ ਦੇ ਆਪਣੇ ਸਿਲੇਬਸ ਨੂੰ ਕਵਰ ਕਰੋ। ਉਸੇ ਤਰ੍ਹਾਂ ਕੁਆਂਟਸ ਦੇ ਵਿੱਚ ਇੱਕ ਇੱਕ ਚੈਪਟਰ ਤੁਹਾਡਾ ਪਰਸੈਂਟੇਜ ਰੇਸ਼ੀਓ ਤੋਂ ਸ਼ੁਰੂ ਹੋ ਕੇ, ਚਾਹੇ ਉਹ ਤੁਹਾਡਾ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਟ੍ਰੇਨਸ ਹੈ, ਚਾਹੇ ਉਹ ਤੁਹਾਡਾ ਮੈਂਸੂਰੇਸ਼ਨ ਹੈ, ਤੁਹਾਡਾ ਪ੍ਰੋਫਿਟ ਲੋਸ ਹੈ, ਇਹਦੇ ਨਾਲ ਨਾਲ ਚਾਹੇ ਤੁਹਾਡੀ ਡੀਆਈ ਹੈ, ਡਾਟਾ ਇੰਟਰਪ੍ਰੀਟੇਸ਼ਨ ਹੈ, ਤਾਂ ਇਹਨੂੰ ਚੰਗੀ ਤਰ੍ਹਾਂ ਸਿਲੇਬਸ ਨੂੰ ਕਵਰ ਕਰੋ। ਜਿਹੜੇ ਵਿਦਿਆਰਥੀ ਮਾੜਾ ਜਿਹਾ ਇਸ ਚੀਜ਼ ਦੀ ਝਾਕ ਰੱਖਦੇ ਹੁੰਦੇ ਨੇ ਕਿ ਯਾਰ ਇਹਦੇ ਵਿੱਚੋਂ ਕੱਲਾ ਇੰਪੋਰਟੈਂਟ ਦੱਸ ਦਿਓ, ਇੰਪੋਰਟੈਂਟ ਕਰ ਲੈਂਦੇ ਆ, ਤਾਂ ਯਾਰ ਇੰਪੋਰਟੈਂਟ ਦਾ ਮਸਲਾ ਇੰਨਾ ਕੁ ਹੁੰਦਾ ਹੈ ਕਿ ਸਿਲੇਬਸ ਮੋਟੇ ਰੂਪ 'ਚ ਕਰਨਾ ਹੀ ਪੈਣਾ ਹੈਗਾ। ਕੋਈ ਸਾਡੇ ਛੋਟੇ ਚੈਪਟਰ ਨੇ, ਉਹ ਛੋਟੇ ਚੈਪਟਰਾਂ ਨੂੰ ਅਸੀਂ ਛੇਤੀ ਕਰ ਲਾਂਗੇ। ਜਿਹੜੇ ਸਾਡੇ ਵੱਡੇ ਚੈਪਟਰ ਨੇ, ਵੱਡੇ ਚੈਪਟਰਾਂ ਦੇ ਵਿੱਚ ਕੁਝ ਵੀ ਘੱਟ ਇੰਪੋਰਟੈਂਟ ਜਾਂ ਵੱਧ ਇੰਪੋਰਟੈਂਟ ਨਹੀਂ ਹੈਗਾ। ਸਾਨੂੰ ਸੀਰੀਅਸਲੀ ਨਹੀਂ ਪਤਾ ਹੁੰਦਾ, ਕੋਈ ਅੰਦਾਜ਼ਾ ਨਹੀਂ ਹੁੰਦਾ, ਪੇਪਰ ਪਾਉਣ ਵਾਲੇ ਤੋਂ ਬਿਨਾਂ ਕਿਸੇ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਜਿਹੜਾ ਕੋਈ ਸਾਡਾ ਵੱਡਾ ਚੈਪਟਰ ਉਹਦੇ ਕਿਹੜੇ ਪੋਰਸ਼ਨ ਦੇ ਵਿੱਚੋਂ ਸਵਾਲ ਪੁੱਛਿਆ ਜਾ ਸਕਦਾ ਹੈ। ਸੋ ਇਸ ਕਰਕੇ ਜਾਂ ਤਾਂ ਅਸੀਂ ਉਹਨੂੰ ਛੱਡਾਂਗੇ ਦਾ ਮਤਲਬ ਇਹ ਹੈ ਕਿ ਫਿਰ ਉਹ ਚੋਂ ਕੋਈ ਵੀ ਸਵਾਲ ਅਜੇ ਅਸੀਂ ਨਹੀਂ ਕਰ ਸਕਾਂਗੇ, ਜਾਂ ਫਿਰ ਅਸੀਂ ਘੱਟੋ ਘੱਟ ਉਹਨੂੰ ਹੱਥ ਪਾਵਾਂਗੇ ਕਿ ਜੇ ਸਾਡੇ ਪੜ੍ਹੇ ਹੋਏ ਪੋਰਸ਼ਨ ਚੋਂ ਕੋਈ ਸਵਾਲ ਆ ਗਿਆ ਤਾਂ ਅਸੀਂ ਐਟਲੀਸਟ ਕਰ ਸਕਾਂਗੇ। ਤਾਂ ਬੱਚੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਸਿਲੇਬਸ ਆਪਣਾ ਕਵਰ ਕਰਨਾ। ਸਿਲੇਬਸ ਦੀ ਆਪਾਂ ਉਮੀਦ ਕਰਦੇ ਹਾਂ ਕਿ ਯਾਰ ਚਾਹੇ ਤੁਸੀਂ ਜੀਐਸ ਬਹੁਤ ਚੰਗੀ ਤਰ੍ਹਾਂ ਕਰੀ ਬੈਠੇ ਹੋ, ਕੁਆਂਟ ਰੀਜ਼ਨਿੰਗ ਇੰਨਾ ਕੁ ਤਾਂ ਤੁਸੀਂ ਕਰਿਆ ਹੀ ਹੋਊਗਾ ਕਿ ਤੁਸੀਂ ਪੀਸੀਐਸ ਦਾ ਤੁਸੀਂ ਪ੍ਰੀਲਿਮਸ ਕੱਢਣਾ ਜਾਂ ਨੈਬ ਤਹਿਸੀਲਦਾਰ ਦੇ ਵਿੱਚ 40 ਨੰਬਰ ਵਾਲੇ ਪੋਰਸ਼ਨ ਨੂੰ ਹੱਥ ਪਾਉਣਾ ਹੈਗਾ। ਇਸ ਤੋਂ ਬਾਅਦ ਬੱਚੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਇਹਦੇ ਵਿੱਚ ਤੁਸੀਂ ਕੁਐਸਚਨਸ ਨੂੰ ਦੇਖਣ ਸਾਰ ਆਨਸਰ ਕਰ ਹੀ ਨਹੀਂ ਸਕਦੇ ਹੈਗੇ, ਤੁਸੀਂ ਕੁਐਸਚਨਸ ਨੂੰ ਸੋਲਵ ਕਰਨਾ ਹੁੰਦਾ ਹੈਗਾ। ਤਾਂ ਕੁਆਂਟਸ ਦੇ ਕੁਐਸਚਨਸ ਨੂੰ ਸੋਲਵ ਕਰਦੇ ਆ, ਰੀਜ਼ਨਿੰਗ ਦੇ ਕੁਐਸਚਨਸ ਨੂੰ ਸੋਲਵ ਕਰਦੇ ਆ, ਤੁਹਾਡਾ ਟਾਈਮ ਚੱਕਿਆ ਜਾਣਾ ਲਾਜ਼ਮੀ ਹੈਗਾ। ਜੀਐਸ ਵਾਂਗੂ ਨਹੀਂ ਹੈਗਾ ਕਿ ਜੀਐਸ ਦੇ 80 ਕੁਐਸਚਨ ਹੋ ਸਕਦਾ ਹੈ ਜਿਹੜੇ ਵਿਦਿਆਰਥੀ ਦਾ ਸਾਰਾ ਸਿਲੇਬਸ ਤਿਆਰ ਹੋਵੇ ਜੀਐਸ ਦੇ 80 ਕੁਐਸਚਨ 60 ਮਿੰਟਾਂ 'ਚ ਕਰਦੇ। ਮੈਂ ਬਹੁਤ ਘੱਟ ਚਾਂਸ ਨੇ ਕਿ 60 ਮਿੰਟਾਂ 'ਚ, ਫਿਰ ਵੀ ਆਪਾਂ ਮੰਨ ਕੇ ਚੱਲਦੇ ਆ ਕਿ 80 ਕੁਐਸਚਨ 70 ਤੋਂ 80 ਮਿੰਟ ਲੈ ਹੀ ਜਾਣਗੇ। ਪਰ ਕੁਆਂਟਸ ਰੀਜ਼ਨਿੰਗ ਦੇ ਜਿਹੜੇ 40 ਕੁਐਸਚਨ ਨੇ ਉਹਨਾਂ ਨੇ, ਜੇ ਤੁਸੀਂ 40 ਦੇ 40 ਅਟੈਂਪਟ ਕਰਨ ਦੀ ਹਾਲਤ 'ਚ ਹੈਗੇ ਹੋ, ਮੰਨ ਲਓ 40 'ਚੋਂ ਤੁਹਾਨੂੰ 37-38 ਆਉਂਦੇ ਨੇਗੇ, ਤਾਂ ਤੁਸੀਂ ਫਿਰ ਵੀ 40 ਤੋਂ 50 ਮਿੰਟ ਲਾਓਗੇ। ਤਾਂ ਜੇ ਇੱਥੇ ਸਾਡੇ 40 ਤੋਂ 50 ਮਿੰਟ ਲੱਗ ਰਹੇ ਨੇ ਤਾਂ ਇਹਦਾ ਮਤਲਬ ਪਿੱਛੇ 70 ਮਿੰਟ ਨੇ। ਜੀਐਸ ਤੁਸੀਂ ਆਪਣੀ 60 ਤੋਂ 70 ਮਿੰਟਾਂ ਦੇ ਵਿੱਚ ਨਿਬੇੜਨੀ ਹੈਗੀ। ਮੈਂ ਉਹਦੇ ਵਿੱਚੋਂ ਮੈਕਸਿਮਮ ਤੁਹਾਨੂੰ ਆਉਂਦੇ ਹੋਣਗੇ ਉਹ ਤੁਸੀਂ ਅਟੈਂਪਟ ਕਰੋਗੇ। ਕੁਆਂਟਸ ਰੀਜ਼ਨਿੰਗ ਦੇ ਮਾਮਲੇ ਦੇ ਵਿੱਚ ਨੰਬਰ 1 ਧਿਆਨ ਰੱਖਣਾ ਹੈ ਕਿ ਅਸੀਂ ਸਿਲੇਬਸ ਕਵਰ ਕਰਨਾ ਹੈ। ਸਿਲੇਬਸ ਦੇ ਅਕੋਰਡਿੰਗਲੀ ਜਿੰਨਾ ਕੁ ਪੋਰਸ਼ਨ ਸਾਡਾ ਪੇਪਰ ਦੇ ਵਿੱਚ ਇਹੋ ਜਿਹਾ ਪੁੱਛਿਆ ਗਿਆ ਜੋ ਅਸੀਂ ਪੜ੍ਹਿਆ ਹੋਇਆ ਹੈਗਾ ਉਹ ਤਾਂ ਅਸੀਂ ਅਟੈਂਪਟ ਕਰਨੇ ਹੀ ਕਰਨੇ ਨੇ। ਫਿਰ ਦੂਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਬੱਚੇ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਤਾਂ ਨੈਗੇਟਿਵ ਮਾਰਕਿੰਗ ਨਾ ਹੋਣ ਦਾ ਸਾਰਿਆਂ ਨੂੰ ਕਲੀਅਰ ਹੈ ਕਿ ਯਾਰ ਅਸੀਂ ਸਾਰੇ ਕੁਐਸਚਨ ਅਟੈਂਪਟ ਕਰਕੇ ਆਵਾਂਗੇ। ਹੁਣ ਸਾਡੇ ਅੱਗੇ ਮਸਲਾ ਇਹ ਹੈ ਕਿ ਯਾਰ ਜਿਹੜੇ ਸਵਾਲ ਤਾਂ ਸਾਡੇ ਹੋ ਗਏ, ਸਹੀ ਹੋ ਗਏ, ਉਹ ਤਾਂ ਠੀਕ ਹੈ ਹੋ ਗਏ, ਜਿਹੜੇ ਨਹੀਂ ਆਉਂਦੇ ਸਾਨੂੰ, ਜਿੱਥੇ ਸਾਨੂੰ ਪਤਾ ਹੈ ਕਿ ਨੈਗੇਟਿਵ ਮਾਰਕਿੰਗ ਨਾ ਹੋਣ ਕਰਕੇ ਅਸੀਂ ਤੁੱਕਾ ਮਾਰ ਸਕਦੇ ਹਾਂ, ਤਾਂ ਦੂਜੀ ਚੀਜ਼ ਦਾ ਤੁਸੀਂ ਬੱਚੇ ਧਿਆਨ ਰੱਖਣਾ ਕਿ ਤੁੱਕਾ ਕਿਵੇਂ ਮਾਰਨਾ ਹੈ। ਹੁਣ ਤੁੱਕੇ ਮਾਰਨ ਦੇ ਕੁਝ ਬੱਚਿਆਂ ਦੇ 2-3 ਤਰੀਕੇ ਹੁੰਦੇ ਨੇ। ਮਤਲਬ ਇੱਕ ਤਰੀਕਾ ਤਾਂ ਇਹ ਹੁੰਦਾ ਹੈ ਕਿ ਬੀ ਆਪਸ਼ਨ ਮਾਰਿਆ ਉਹ ਸਾਰਿਆਂ ਦਾ, ਪਰ ਉਸ ਤੋਂ ਪਹਿਲਾਂ ਇਹ ਬੀ ਆਪਸ਼ਨ ਮਾਰਿਓ ਨਾ ਸੀ ਆਪਸ਼ਨ ਮਾਰਿਓ ਨਾ, ਇਹਦੀ ਆਪਾਂ ਡਿਸਕਸ ਕਰ ਲੈਂਦੇ ਹਾਂ ਕਿ ਕਿਹੜਾ ਆਪਸ਼ਨ ਦੇਖੀਏ। ਇਸ ਤੋਂ ਪਹਿਲਾਂ ਜੇ ਆਪਾਂ ਮਾੜੀ ਜੀ ਗੱਲ ਕਰੀਏ, ਬੱਚੇ ਜਿਹੜੇ ਸਵਾਲ ਆਉਂਦੇ ਨੇ ਉਹ ਤਾਂ ਅਸੀਂ ਸਹੀ ਆਨਸਰ ਕੱਢ ਕੇ ਅਟੈਂਪਟ ਕਰ ਚੁੱਕੇ ਹਾਂ। ਜਿਹੜੇ ਸਵਾਲ ਨਹੀਂ ਆਉਂਦੇ ਉਹਨਾਂ ਦੇ ਵਿੱਚ ਕੁਝ ਉਦਾਹਰਨਾਂ ਨੇਗੀਆਂ ਕਿ ਅਸੀਂ ਕੁਐਸਚਨਸ ਦਾ ਕੁਝ ਇੰਨਾ ਕੁ ਆਈਡੀਆ ਲੈ ਜਾਂਦੇ ਹਾਂ ਕਿ ਸਾਨੂੰ 4 ਆਪਸ਼ਨਾਂ 'ਚ ਸਹੀ ਤਾਂ ਨਹੀਂ ਪਤਾ, ਪਰ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਯਾਰ ਆਹ 2 ਪੱਕਾ ਗਲਤ ਨੇ। ਆਪਸ਼ਨਸ ਐਲੀਮੀਨੇਟ ਹੋਣ ਲੱਗ ਜਾਂਦੇ ਨੇ। ਤਾਂ ਅੰਨੇਵਾਹ ਸਾਰਿਆਂ ਤੇ ਬੀ ਆਪਸ਼ਨ ਮਾਰਕ ਕਰਨ ਤੋਂ ਪਹਿਲਾਂ ਇੱਕ ਵਾਰ ਜਿਹੜੇ ਕੁਐਸਚਨ ਸਾਨੂੰ ਨਹੀਂ ਆਉਂਦੇ ਹੈਗੇ, ਚਾਹੇ ਉਹ ਕੁਆਂਟਸ ਦੇ ਨੇ ਚਾਹੇ ਉਹ ਰੀਜ਼ਨਿੰਗ ਦੇ ਨੇ, ਖਾਸ ਕਰਕੇ ਕੁਆਂਟਸ ਦੇ ਵਿੱਚ ਇਹ ਵੱਧ ਹੋ ਜਾਂਦਾ ਹੈ ਕਿ ਆਪਸ਼ਨਸ ਐਲੀਮੀਨੇਟ ਹੋ ਜਾਂਦੇ ਨੇ, ਤਾਂ ਇੱਕ ਵਾਰ ਉਹ ਕੁਐਸਚਨਾਂ ਤੇ ਨਿਗਾਹ ਮਾਰਨੀ ਹੈ। ਸਿੱਧਾ ਹੀ ਬਲਾਈਂਡ ਗੈਸ ਨਹੀਂ ਮਾਰਨਾ ਹੈਗਾ, ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿੱਥੇ ਆਪਸ਼ਨਸ ਐਲੀਮੀਨੇਟ ਹੋ ਗਏ, ਬਾਕੀ 2 ਆਪਸ਼ਨ ਬਚ ਗਏ ਜਾਂ ਜਿੰਨੇ ਵੀ ਆਪਸ਼ਨ ਬਚ ਗਏ, ਤੁਸੀਂ ਉਹਨਾਂ ਦੇ ਵਿੱਚੋਂ ਤੁੱਕਾ ਮਾਰਨਾ ਹੈ। ਕਈ ਵਾਰ ਇਹ ਹੁੰਦਾ ਹੈਗਾ ਕਿ ਆਪਸ਼ਨਸ 4 ਚੋਂ 3 ਐਲੀਮੀਨੇਟ ਹੋ ਜਾਂਦੇ ਆ, ਸਾਨੂੰ ਸਹੀ ਆਨਸਰ ਦਾ ਨਹੀਂ ਪਤਾ ਕਿ ਸਹੀ ਹੈ, ਸਾਨੂੰ ਇਹ ਪੱਕਾ ਪਤਾ ਕਿ 4 ਚੋਂ ਬਾਕੀ 3 ਗਲਤ ਨੇ, ਤਾਂ ਉੱਥੇ 3 ਆਪਸ਼ਨਸ ਐਲੀਮੀਨੇਟ ਹੋਣ ਦਾ ਮਤਲਬ ਆਪਾਂ ਨੂੰ ਸਹੀ ਆਨਸਰ ਲੱਭ ਗਿਆ। ਤਾਂ ਇਸ ਕਰਕੇ ਜਿਹੜੇ ਕੁਐਸਚਨ ਨਹੀਂ ਆਉਂਦੇ ਉੱਥੇ ਬਲਾਈਂਡ ਗੈਸ ਮਾਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਸਵਾਲਾਂ ਨੂੰ ਨਿਗਾਹ ਚੋਂ ਕੱਢਣਾ ਹੈਗਾ। ਮੈਂ ਉੱਥੇ ਆਪਸ਼ਨਸ ਐਲੀਮੀਨੇਟ ਕਰਨੇ ਆ। ਫਿਰ ਉਸ ਤੋਂ ਬਾਅਦ ਵੀ ਜਿਹੜੇ ਤੁਹਾਡੇ ਰਹਿ ਗਏ ਕਿ ਜਿੱਥੇ ਇੱਕ ਵੀ ਆਪਸ਼ਨ ਨਹੀਂ ਐਲੀਮੀਨੇਟ ਹੋ ਰਿਹਾ, ਮਤਲਬ ਉੱਕੇ ਸਾਰੇ ਦੇ ਸਾਰੇ 4 ਆਪਸ਼ਨਾਂ 'ਚ ਕੁਝ ਵੀ ਨਹੀਂ ਅੰਦਾਜ਼ਾ ਹੋ ਰਿਹਾ, ਉੱਥੇ ਤੁਸੀਂ
मतलब जिमें आप करते रहे कि यार सारे का बी अटैम्प्ट करता, सारे का सी अटैम्प्ट करता, ए या डी करता, उत्थे भी ध्यान रखना है कि जेडे तुसी हुण तक डैड श्योर अटैम्प्ट कीते ने, मतलब तुसी ये गल देखो यार 40 क्वेश्चन ने साडे क्वांट्स प्लस रीजनिंग दे, हुण ये तां है नहीं कि 40 दे 40 दा ए ऑप्शन होऊगा ਜਾਂ 40 ਦੇ 40 ਚੋਂ 20 ਦਾ ਬੀ ਆਪਸ਼ਨ ਹੋਊਗਾ, 20 ਕੁਐਸਚਨਾਂ ਦਾ ਸੀ ਆਪਸ਼ਨ ਹੋਊਗਾ, ਇਹ ਤਾਂ ਹੋਊਗਾ ਨਹੀਂ। 40 ਦੇ 40 ਜੇ ਬਰਾਬਰ 4 ਹਿੱਸਿਆਂ 'ਚ ਨਹੀਂ ਵੰਡੇ ਹੋਣਗੇ ਕਿ 10 A 10 B 10 C 10 D ਰੈਂਡਮਲੀ, ਤਾਂ 10 ਦੇ ਆਲੇ ਦੁਆਲੇ ਜ਼ਰੂਰ ਹੋਣਗੇ। ਤਾਂ ਤੁਹਾਨੂੰ ਜਦੋਂ ਇੰਨੀ ਗੱਲ ਕਲੀਅਰ ਹੈ ਕਿ ਯਾਰ 10 10 11 11 12 12 ਹੋਣੇ ਆ ABCD ਨੂੰ, ਤਾਂ ਤੁਸੀਂ ਇਹ ਦੇਖਣਾ ਹੈ ਕਿ ਜਿਹੜੇ ਤੁਹਾਡੇ ਡੈਡ ਸ਼ੋਰ ਆਨਸਰ ਨੇ ਉਹਨਾਂ ਦੇ ਵਿੱਚ ਕਿਹੜੇ ਨੰਬਰ ਦਾ ਆਪਸ਼ਨ ਹੈ ਜਿਹੜਾ ਸਭ ਤੋਂ ਘੱਟ ਮਾਰਕ ਹੋਇਆ, ਤਾਂ ਤੁਸੀਂ ਉਹ ਅਟੈਂਪਟ ਕਰਨਾ। ਤਾਂ ਤੁਸੀਂ ਅੱਖਾਂ ਬੰਦ ਕਰਕੇ B ਤੇ ਨਹੀਂ ਆ ਜਾਣਾ, C ਤੇ ਨਹੀਂ ਆ ਜਾਣਾ, ਜਿੰਨੇ ਤੁਸੀਂ ਕਰੈਕਟ ਅਟੈਂਪਟ ਕਰ ਚੁੱਕੇ ਹੋਗੇ ਉਹਦੇ ਵਿੱਚ ਕਿਹੜਾ ਆਪਸ਼ਨ ਹੈ, ਕਿਹੜੇ ਨੰਬਰ ਦਾ ਆਪਸ਼ਨ ਹੈ ਜਿਹੜਾ ਸਭ ਤੋਂ ਘੱਟ ਅਟੈਂਪਟ ਹੈਗਾ। ਤੁਸੀਂ ਜਦੋਂ ਬਲਾਈਂਡ ਗੈਸ ਮਾਰਨਾ ਹੈ ਹਮੇਸ਼ਾ ਬਲਾਈਂਡ ਗੈਸ ਉਹਦੇ ਤੇ ਮਾਰਨਾ ਹੈਗਾ। ਤਾਂ ਇਸ ਗੱਲ ਦਾ ਖਿਆਲ ਰੱਖਣਾ ਹੈਗਾ। ਤਾਂ ਨੈਬ ਤਹਿਸੀਲਦਾਰ ਦੇ ਪੇਪਰ 'ਚ ਮਤਲਬ ਆਪਾਂ ਪੇਪਰ ਨੂੰ 2 ਹਿੱਸਿਆਂ 'ਚ ਵੰਡ ਰਹੇ ਹਾਂ, ਸਾਰੇ ਦਾ ਸਾਰਾ ਮਤਲਬ ਤੁਹਾਡਾ ਜਿਹੜਾ ਅਪਾਇੰਟਮੈਂਟ ਪ੍ਰੋਸੈਸ ਹੈ ਉਹ ਸਿਰਫ ਇਸ ਰਿਟਨ ਐਗਜ਼ਾਮ ਦੇ ਉੱਤੇ ਬੇਸਡ ਹੈ। ਤਾਂ 80 ਨੰਬਰ ਦੀ ਜੀਐਸ ਤਾਂ ਬੱਚੇ ਤੁਸੀਂ ਜੇ ਪੀਸੀਐਸ ਦੀ ਤਿਆਰੀ ਕੀਤੀ ਹੈ ਫਿਰ ਤਾਂ ਵੈਸੇ ਹੀ ਤਿਆਰ ਹੈ। ਜਿਹੜੇ ਵਿਦਿਆਰਥੀਆਂ ਨੇ ਪੀਸੀਐਸ ਦਾ ਕੋਈ ਪੇਪਰ ਨਹੀਂ ਦਿੱਤਾ, ਪੀਪੀਐਸਸੀ ਦਾ ਕੋਈ ਹੋਰ ਪੇਪਰ ਨਹੀਂ ਦਿੱਤਾ, ਤਾਂ ਸਿਲੇਬਸ ਦੇਖ ਕੇ ਜੀਐਸ ਇੱਕ ਵਾਰ ਉਨਿਕਤਾ ਤਿਆਰ ਕੀਤੀ ਹੋਣੀ ਕਿ ਪੇਪਰ ਹੋ ਜੇ। ਜੀਐਸ ਤੋਂ ਬਿਨਾ 40 ਨੰਬਰ ਦੀ ਜਿਹੜੀ ਗੇਮ ਹੈ ਉਹਦੇ ਤੇ ਥੋੜਾ ਜਿਹਾ ਜ਼ਿਆਦਾ ਧਿਆਨ ਦਿਓ। ਕੈਲਕੂਲੇਸ਼ਨ ਆਪਣੀ ਇੰਨੀ ਕੁ ਚੰਗੀ ਰੱਖਿਓ। ਪੀਪੀਐਸਸੀ ਨੇ 2021 ਦਾ ਜਿਹੜਾ ਫਰਵਰੀ ਦੇ ਵਿੱਚ ਪ੍ਰੀਲਿਮਸ ਲਿਆ ਸੀ, ਜੇ ਆਪਾਂ ਉਹਦੀ ਗੱਲ ਕਰੀਏ ਕੈਲਕੂਲੇਸ਼ਨ ਦੇ ਪਰਸਪੈਕਟਿਵ ਤੋਂ ਗੱਲ ਕਰੀਏ, ਤੁਹਾਡਾ ਧੂਆਂ ਕੱਢਿਆ ਹੋਇਆ ਸੀਗਾ ਪੇਪਰ ਦੇ ਵਿੱਚ। ਤਾਂ ਆਪਾਂ ਉਮੀਦ ਕਰਦੇ ਹਾਂ ਕਿ ਨੈਬ ਤਹਿਸੀਲਦਾਰ ਦੇ ਵਿੱਚ ਵੀ ਕੁਆਂਟਸ ਦੇ ਸਵਾਲ, ਰੀਜ਼ਨਿੰਗ ਦੇ ਸਵਾਲ ਪਲੱਸ ਡੀਆਈ ਵੀ ਜੇ ਆਉਂਦੀ ਹੈ ਤਾਂ ਡੀਆਈ ਦੇ ਸਵਾਲਾਂ ਦੇ ਵਿੱਚ ਸਾਡੇ ਥੋੜੇ ਜਿਹੇ ਕੈਲਕੂਲੇਟਿਵ ਕੁਐਸਚਨਸ ਹੋਣਗੇ। ਤਾਂ ਕੈਲਕੂਲੇਟਿਵ ਕੁਐਸਚਨਸ ਨੂੰ ਸੌਖੇ ਤਰੀਕੇ ਨਾਲ ਹੱਲ ਕਰ ਲਈਏ, ਘੱਟ ਸਮੇਂ 'ਚ ਹੱਲ ਕਰ ਲਈਏ, ਤਾਂ ਇਹਦਾ ਧਿਆਨ ਰੱਖਣਾ ਕਿ ਅਸੀਂ ਮਾੜਾ ਜਿਹਾ ਕੈਲਕੂਲੇਸ਼ਨ ਤੇ ਉਨ੍ਹਾਂ ਧਿਆਨ ਦਈਏ। ਤਾਂ ਰੀਜ਼ਨਿੰਗ ਤੇ ਕੁਆਂਟਸ ਦੇ ਸਿਲੇਬਸ ਨੂੰ ਕਰਨਾ, ਕੈਲਕੂਲੇਸ਼ਨ ਤੇ ਧਿਆਨ ਦੇਣਾ, ਉਹਨਾਂ ਕੁ ਸਿਲੇਬਸ ਕਵਰ ਕਰ ਲੈਣਾ। ਪੁਰਾਣੇ ਪੇਪਰਾਂ ਦੇ ਵਿੱਚ ਪੀਪੀਐਸਸੀ ਦੇ ਜਿੰਨੇ ਸਾਨੂੰ ਪੁਰਾਣੇ ਪੇਪਰ ਮਿਲਦੇ ਨੇ ਜਿਨ੍ਹਾਂ 'ਚ ਸੀ ਸੈਟ ਆਇਆ ਹੋਇਆ, ਕੁਆਂਟਸ, ਰੀਜ਼ਨਿੰਗ ਪਲੱਸ ਡੀਆਈ ਦੇ ਸਵਾਲਾਂ ਤੇ ਇੰਨੀ ਕੁ ਨਿਗਾਹ ਮਾਰ ਲੈਣੀ ਕਿ ਸਾਨੂੰ ਆਈਡੀਆ ਹੋ ਜੇ ਕਿ ਯਾਰ ਇਸ ਹੱਦ ਤੱਕ ਦੇ ਕੁਐਸਚਨ ਹੋ ਸਕਦੇ ਨੇ, ਇਸ ਪੈਟਰਨ ਦੇ ਕੁਐਸਚਨਸ ਹੋ ਸਕਦੇ ਨੇ, ਇਹਨਾਂ ਚੈਪਟਰਾਂ 'ਚੋਂ ਬਾਰ-ਬਾਰ ਕੁਐਸਚਨ ਪੁੱਛਿਆ ਗਿਆ, ਉਹ ਚੈਪਟਰਾਂ ਤੇ ਨਿਗਾਹ ਮਾਰਨੀ, ਘੱਟੋ ਘੱਟ ਉਹਨਾਂ ਨੂੰ ਜ਼ਰੂਰ ਤਿਆਰ ਕਰਨਾ। ਜਿਹੜੇ ਵੱਡੇ ਚੈਪਟਰ ਨੇ ਵੱਡੇ ਚੈਪਟਰਾਂ ਦੇ ਉਹ ਪੋਰਸ਼ਨ ਤਿਆਰ ਕਰ ਲੈਣੇ ਜਿਨ੍ਹਾਂ 'ਚੋਂ ਆਮ ਤੌਰ ਤੇ ਕੁਐਸਚਨ ਪੁੱਛਿਆ ਜਾਂਦਾ ਹੈਗਾ। ਤਾਂ ਇਸ ਤਰ੍ਹਾਂ ਥੋੜਾ ਜਿਹਾ ਪੁਰਾਣੇ ਪੇਪਰਾਂ ਨੂੰ ਨਿਗਾਹ 'ਚੋਂ ਕੱਢਣਾ ਤੇ ਫਿਰ ਨੈਗੇਟਿਵ ਮਾਰਕਿੰਗ ਨਾ ਹੋਣ ਕਰਕੇ ਜਿਹੜਾ ਤੁਸੀਂ ਤੁੱਕਾ ਮਾਰਨਾ ਹੈਗਾ ਉਹ ਥੋੜਾ ਜਿਹਾ ਤੁੱਕਾ ਦੇਖ ਕੇ ਮਾਰਨਾ। ਕਿਵੇਂ ਮਾਰਨਾ ਉਹਦੀ ਆਪਾਂ ਗੱਲ ਕੀਤੀ ਆ। ਤਾਂ ਕੁਛ ਇਸ ਤਰ੍ਹਾਂ ਆਪਣੇ 40 ਨੰਬਰਾਂ ਨੂੰ ਸਿਕਿਉਰ ਕਰਨਾ। 40 ਦੇ ਵਿੱਚੋਂ ਜੇ ਅਸੀਂ 32 35 ਸਕੋਰ ਕਰ ਰਹੇ ਹਾਂ ਤਾਂ ਬੱਚੇ ਆਪਾਂ ਥੋੜਾ ਜਿਹਾ ਸੇਫ ਸਾਈਡ ਜਾਵਾਂਗੇ। ਜੇ ਅਸੀਂ 40 ਦੇ ਵਿੱਚੋਂ 25 25 ਤੇ ਰਹਿ ਗਏ, ਅਸੀਂ ਜੀਐਸ ਦੇ 80 ਚੋਂ ਜਿੰਨਾ ਮਰਜ਼ੀ ਚੰਗਾ ਪਰਫਾਰਮ ਕਰ ਲਈਏ, ਸਾਡੇ ਆ ਜਿਹੜੇ 15 ਨੰਬਰ 40 ਚੋਂ 25 ਕਹਿ ਰਹੇ, ਖੈਰ 25 ਤੋਂ ਘੱਟ ਵੀ ਹੋਣਗੇ ਕਾਫੀ ਬੱਚਿਆਂ ਦੇ, ਤਾਂ ਜਿਹੜੇ ਆ 15 ਜਾਂ 20 ਨੰਬਰ ਘਟਣਗੇ ਇਹਨਾਂ ਨੇ ਸਾਡੀ ਗੇਮ ਪਲਟਾ ਕੇ ਰੱਖ ਦੇਣੀ ਹੈ। ਇੱਥੇ ਅਸੀਂ ਮਾਂਜੇ ਜਾਵਾਂਗੇ। ਸੋ ਇਸ ਕਰਕੇ 40 ਨੰਬਰਾਂ ਨੂੰ ਅਲੱਗ ਤੌਰ ਤੇ ਸਟ੍ਰੈਟੇਜਾਈਜ਼ ਕਰੋ, ਅਲੱਗ ਤੌਰ ਤੇ ਉਹਦੀ ਸਟ੍ਰੈਟੇਜੀ ਬਣਾਓ ਕਿਵੇਂ ਤਿਆਰ ਕਰਨਾ ਹੈਗਾ। 80 ਨੰਬਰ ਵਾਲਾ ਆਪਣਾ ਥਿਓਰੈਟੀਕਲ ਸਿਲੇਬਸ ਹੈ ਉਹ ਤਾਂ ਤਿਆਰ ਕਰੋ ਹੀ ਕਰੋ, ਉਹ ਤਾਂ ਘੱਟ ਤੋਂ ਘੱਟ ਸਮੇਂ 'ਚ ਪੇਪਰ 'ਚ ਅਟੈਂਪਟ ਕਰੋ। ਉਹਨੂੰ ਥੋੜਾ ਘੱਟ ਸਮੇਂ 'ਚ ਕਰਨਾ ਤਾਂ ਕਿ 40 ਨੰਬਰਾਂ ਦੇ ਵਿੱਚੋਂ ਜੇ ਅਸੀਂ ਮੈਕਸਿਮਮ ਅਟੈਂਪਟ ਕਰਨੇ ਆ ਤਾਂ ਸਾਡੇ ਕੋਲ ਉਨਾ ਸਮਾਂ ਹੋਵੇ, ਸਾਨੂੰ ਪੇਪਰ ਦੇ ਅਖੀਰ ਤੇ ਇਹ ਨਾ ਹੋਵੇ ਕਿ ਯਾਰ ਅਸੀਂ 40 ਦੇ ਵਿੱਚੋਂ ਹੋਰ 4 ਕੁਐਸਚਨ ਅਟੈਂਪਟ ਕਰ ਲੈਂਦੇ ਜੇ ਹੋਰ ਸਮਾਂ ਹੁੰਦਾ। ਤਾਂ ਥੋੜੀ ਜਿਹੀ ਸਪੀਡ ਸਾਡੀ ਬਣੀ ਰਹੇ ਤਾਂ ਜੀਐਸ ਦੇ ਕੁਐਸਚਨ ਛੇਤੀ ਅਟੈਂਪਟ ਕਰਨੇ, ਉਹਦੀ ਪ੍ਰੈਕਟਿਸ ਕਰਨੀ, ਪਲੱਸ ਕੁਆਂਟਸ ਦੇ ਵਿੱਚ ਕੈਲਕੂਲੇਸ਼ਨ ਇੰਨੀ ਕੁ ਚੰਗੀ ਹੋਣੀ ਕਿ ਜਦੋਂ ਕਿਸੇ ਸਵਾਲ ਦੇ ਵਿੱਚ ਅਸੀਂ ਕੈਲਕੂਲੇਸ਼ਨ ਕਰਨੀ ਹੈ ਤਾਂ ਥੋੜਾ ਛੇਤੀ ਕਰ ਸਕੇ, ਸਾਡੀ ਕੈਲਕੂਲੇਸ਼ਨ ਉਨੀ ਕੁ ਤਿਆਰ ਹੋਣੀ। ਤਾਂ ਬੱਚੇ ਕੁਛ ਆ 3-4 ਚੀਜ਼ਾਂ ਤੇ ਧਿਆਨ ਰੱਖਿਓ। ਬਾਕੀ ਆਪਾਂ ਉਮੀਦ ਕਰ ਰਹੇ ਹਾਂ ਨਵੰਬਰ ਆਪਣਾ 20 ਨਵੰਬਰ ਦੇ ਨੇੜੇ ਆਪਾਂ ਪਹੁੰਚੀ ਫਿਰਦੇ ਆਂਗੇ। ਥੋੜਾ ਜਿਹਾ 10 ਦਿਨ ਦਾ ਨਵੰਬਰ ਰਹਿ ਗਿਆ। ਦਸੰਬਰ ਦੇ ਵਿੱਚ ਕਦੋਂ ਵੀ ਪੇਪਰ ਹੋ ਸਕਦਾ ਹੈ, ਅਦਰਵਾਈਜ਼ ਜਨਵਰੀ ਚੜ੍ਹਦੇ 'ਚ ਆਪਾਂ ਪੇਪਰ ਵਿਟਨੈਸ ਕਰ ਸਕਦੇ ਆਂਗੇ। ਤਾਂ ਮਤਲਬ ਕਾਊਂਟਡਾਊਨ ਮੰਨ ਕੇ ਚੱਲੋ, ਕਿਸੇ ਵੀ ਦਿਨ ਹੋ ਸਕਦਾ ਕਿ ਸਾਡੀ ਉਹ ਡੇਟ ਅਨਾਉਂਸ ਹੋ ਸਕਦੀ ਹੈ। ਤਾਂ ਆਪਾਂ ਦੇਖਦੇ ਆਂਗੇ। ਤਿਆਰੀ ਕਰ ਚੁੱਕੇ ਹੋ, ਰਿਵੀਜ਼ਨ ਤੇ ਆ ਜਾਓ, ਰਿਵੀਜ਼ਨ ਕਰ ਚੁੱਕੇ ਹੋ, ਟੈਸਟ ਸੀਰੀਜ਼ ਕਰੋ, ਟੈਸਟ ਸੀਰੀਜ਼ ਜਿੱਥੋਂ ਜਿਹੋ ਜਿਹੀ ਮਿਲਦੀ ਹੈ ਆਪਣਾ ਟੈਸਟ ਸੀਰੀਜ਼ ਤੇ ਫੋਕਸ ਰੱਖੋ। ਇਸ ਤੋਂ ਬਾਅਦ ਜਦੋਂ ਤੁਹਾਡਾ ਡੇਟ ਅਨਾਉਂਸ ਹੋ ਜਾਣੀ ਹੈ ਤੁਹਾਡੀ, ਉਦੋਂ ਇੱਕ ਵਾਰ ਫਿਰ ਸਾਰੀ ਦੀ ਸਾਰੀ ਫਾਸਟ ਟਰੈਕ ਰਿਵੀਜ਼ਨ ਕਰ ਲੈਣੀ। ਸਾਰਾ ਅੱਜ ਜਦੋਂ ਹਲੇ ਸਾਡੇ ਕੋਲ ਸਮਾਂ ਪਿਆ ਪੋਲਿਸ਼ ਕਰ ਸਕਦੇ, ਫਿਰ ਫਾਸਟ ਟਰੈਕ ਰਿਵੀਜ਼ਨ ਤੇ ਆ ਜਾਾਂਗੇ ਤੇ ਆਪਾਂ ਚੰਗਾ ਇੱਕ ਪੇਪਰ ਅਟੈਂਪਟ ਕਰ ਸਕੇ। ਓਕੇ, ਆਲ ਦਾ ਬੈਸਟ ਸਾਰਿਆਂ ਨੂੰ, ਥੈਂਕ ਯੂ।